ਪੜ੍ਹ ਵੇਦ ਕਿਤਾਬਾਂ ਆਲਮ ਹੋਏ, ਪਰ ਰੱਬ ਨਾ ਕਿਤੇ ਲਭੀਵੇ। ਸੂਰਜ ਨੂੰ ਦੱਸ ਕਿੱਦਾਂ ਛੂ ਲੈਣ, ਸੁਣੇ ਸੁਣਾਏ ਗਿਆਨ ਦੇ ਦੀਵੇ। ਬਿਨ ਅਨਭਵ ਦੀ ਵੱਟੀ ਬਾਝੋਂ, ਕਿੰਜ ਅਕਲ ਰੌਸ਼ਨੀ ਥੀਵੇ। ਆਤਮ ਇੱਕ ਸਤਪੁਰਖ ਪਿਆਰੇ ਬਾਝੋਂ, ਨਾ ਕੋਈ ਸਤ ਦਾ ਪਾਠ ਪੜ੍ਹੀਵੇ, ਨਾ ਕੋਈ ਸਤ ਦਾ ਪਾਠ ਪੜ੍ਹੀਵੇ। ਤੂੰ ਸਤ ਅਖੰਡ ਜੋਤ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਘੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਪਰਮਾਤਮਾ ਨੂੰ ਜਾਣਨ ਦੀ ਪਿਆਸ। ਪਰਮਾਤਮਾ ਬਾਰੇ ਪੜ੍ਹ ਕੇ ਜਾਂ ਪਰਮਾਤਮਾ ਬਾਰੇ ਸੁਣ ਕੇ ਅਸੀਂ ਜੀਵ ਇਹ ਸਮਝ ਲੈਂਦੇ ਹਾਂ ਕਿ ਅਸੀਂ ਪਰਮਾਤਮਾ ਨੂੰ ਜਾਣ ਲਿਆ ਹੈ ਕਿ ਪਰਮਾਤਮਾ ਕੀ ਹੈ। ਸਾਡੀ ਇਹ ਧਾਰਨਾ ਕਿਸ ਹੱਦ ਤੱਕ ਸਹੀ ਹੈ, ਇਸ ਦੀ ਪੁਸ਼ਟੀ ਅੱਜ ਅਸੀਂ ਇੱਕ ਬੌਧਿਕ ਕਹਾਣੀ ਰਾਹੀਂ ਕਰਾਂਗੇ। ਇੱਕ ਵਾਰ ਇੱਕ ਯੁਵਕ ਕਿਸੇ ਪਹੁੰਚੇ ਹੋਏ ਫਕੀਰ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਸੱਤ ਨੂੰ ਜਾਣਨਾ ਹੈ। ਤਾਂ ਅੱਗੋਂ ਉਹ ਫਕੀਰ ਯੁਵਕ ਨੂੰ ਪੁੱਛਦੇ ਨੇ ਕਿ ਤੂੰ ਸੱਤ ਨੂੰ ਜਾਣਨਾ ਹੈ ਜਾਂ ਸੱਤ ਦੇ ਬਾਰੇ ਜਾਣਨਾ ਹੈ। ਫਕੀਰ ਕਹਿਣ ਲੱਗੇ ਕਿ ਸੱਤ ਦੇ ਬਾਰੇ ਜਾਣਨਾ ਆਸਾਨ ਹੈ ਤੇ ਸੱਤ ਨੂੰ ਜਾਣਨਾ ਕਠਿਨ ਹੈ, ਕਿਉਂਕਿ ਸੱਤ ਦੇ ਬਾਰੇ ਜਾਣਨਾ ਤਾਂ ਜਾਣਕਾਰੀ ਇਕੱਠੀ ਕਰਨਾ ਹੈ, ਪਰ ਸੱਤ ਨੂੰ ਜਾਣਨ ਲਈ ਆਪਣਾ ਜੀਵਨ ਰੂਪਾਂਤਰਨ ਕਰਨਾ ਪੈਂਦਾ ਹੈ। ਦੋਵਾਂ ਵਿਚਲਾ ਫਰਕ ਸੁਣ ਕੇ ਉਹ ਯੁਵਕ ਹੋਰ ਦ੍ਰਿੜਤਾ ਵਿੱਚ ਆ ਗਿਆ ਤੇ ਗੁਰੂ ਨੂੰ ਕਹਿਣ ਲੱਗਾ, ਮੈਂ ਸੱਤ ਨੂੰ ਹੀ ਜਾਣਨਾ ਹੈ ਜਿਵੇਂ ਤੁਸੀਂ ਜਾਣਿਆ, ਚਾਹੇ ਮੈਨੂੰ ਆਪਣੇ ਪ੍ਰਾਣ ਵੀ ਦੇਣੇ ਪੈਣ। ਫਿਰ ਗੁਰੂ ਕਹਿਣ ਲੱਗੇ, ਠੀਕ ਹੈ, ਤਾਂ ਇਸ ਆਸ਼ਰਮ ਵਿੱਚ 500 ਭਿਕਸ਼ੂ ਨੇ। ਤੁਸੀਂ ਸਵੇਰ ਤੋਂ ਲੈ ਕੇ ਸੰਧਿਆ ਤੱਕ ਇਹਨਾਂ ਲਈ ਚਾਵਲ ਪੀਸਣੇ ਨੇ। ਜੇਕਰ ਥੱਕ ਜਾਓ ਤੇ ਸੌਂ ਜਾਓ, ਸਵੇਰੇ ਉੱਠ ਕੇ ਫਿਰ ਆਪਣੇ ਕੰਮ ਤੇ ਲੱਗ ਜਾਓ। ਚਾਵਲ ਪੀਸਣ ਤੋਂ ਇਲਾਵਾ ਤੁਸੀਂ ਕੋਈ ਹੋਰ ਕੰਮ ਨਹੀਂ ਕਰਨਾ, ਨਾ ਹੀ ਕੁਝ ਸੋਚਣਾ ਹੈ ਤੇ ਨਾ ਹੀ ਕੁਝ ਵਿਚਾਰਨਾ ਹੈ। ਕਿਸੇ ਵਾਦ ਵਿਵਾਦ ਵਿੱਚ ਨਹੀਂ ਪੈਣਾ, ਇਹੀ ਤੁਹਾਡੀ ਸਾਧਨਾ ਹੈ। ਤੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਮੇਰੇ ਕੋਲ ਵਾਪਸ ਨਾ ਆਉਣਾ, ਜੇਕਰ ਲੋੜ ਪਈ ਤਾਂ ਮੈਂ ਖੁਦ ਆਵਾਂਗਾ। ਉਹ ਯੁਵਕ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਹੋਏ ਚਾਵਲ ਪੀਸਣ ਵਿੱਚ ਲੱਗ ਪਿਆ। ਚਾਵਲ ਪੀਸਣ ਦਾ ਕੰਮ ਕਰਦਿਆਂ ਉਸ ਯੁਵਕ ਨੂੰ 12 ਸਾਲ ਤੋਂ ਵੀ ਵੱਧ ਸਮਾਂ ਹੋ ਜਾਂਦਾ ਹੈ। ਇਸ ਅਰਸੇ ਦੌਰਾਨ ਉਸਦੇ ਸਾਰੇ ਵਿਚਾਰ ਵਿਲੁਪਤ ਹੋ ਗਏ, ਸਿਰਫ ਇੱਕ ਚਾਵਲ ਪੀਸਣ ਦਾ ਵਿਚਾਰ ਹੀ ਰਹਿ ਜਾਂਦਾ ਹੈ। ਤੇ ਉਧਰ ਗੁਰੂ ਵੀ 12 ਸਾਲ ਬਾਅਦ ਐਲਾਨ ਕਰ ਦਿੰਦੇ ਨੇ ਕਿ ਮੇਰੇ ਜਾਣ ਦਾ ਸਮਾਂ ਆ ਚੁੱਕਾ ਹੈ ਤੇ ਮੇਰੇ ਬਾਅਦ ਵਿੱਚ ਇਸ ਆਸ਼ਰਮ ਨੂੰ ਸੰਭਾਲਣ ਵਾਲੇ ਦੀ ਲੋੜ ਹੈ। ਜਿਸ ਕਿਸੇ ਨੂੰ ਵੀ ਖੁਦ ਦਾ ਅਨੁਭਵ ਹੋ ਚੁੱਕਾ ਹੋਵੇ, ਮੇਰੇ ਕਮਰੇ ਦੇ ਦਰਵਾਜ਼ੇ ਤੇ 4 ਪੰਕਤੀਆਂ ਲਿਖ ਜਾਵੇ ਜੋ ਤੁਹਾਡੇ ਅਨੁਭਵ ਨੂੰ ਦਰਸਾਉਂਦੀਆਂ ਹੋਣ। ਸਾਰੇ ਭਿਕਸ਼ੂਆਂ ਵਿੱਚੋਂ ਇੱਕ ਭਿਕਸ਼ੂ ਆਪਣੇ ਆਪ ਨੂੰ ਬਹੁਤ ਵੱਡਾ ਗਿਆਨੀ ਸਮਝਦਾ ਸੀ, ਪਰ ਅਨੁਭਵ ਨੂੰ ਉਪਲਬਧ ਨਹੀਂ ਹੋਇਆ ਸੀ। ਉਸਨੇ ਇਕੱਠੀ ਕੀਤੀ ਜਾਣਕਾਰੀ ਤੋਂ ਦਰਵਾਜ਼ੇ ਤੇ ਲਿਖ ਦਿੱਤਾ, ਮਨ ਇੱਕ ਦਰਪਣ ਹੈ ਜਿਸ ਉੱਪਰ ਵਿਚਾਰਾਂ ਦੀ ਵਾਸਨਾਵਾਂ ਦੀ ਧੂਲ ਜੰਮੀ ਹੈ। ਧੂਲ ਨੂੰ ਝਾੜ ਦੇਣਾ ਧਿਆਨ ਹੈ ਤੇ ਜਿਸ ਦੀ ਧੂਲ ਝੜ ਜਾਂਦੀ ਹੈ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਵੱਲੋਂ ਉਹਨਾਂ ਪੰਕਤੀਆਂ ਨੂੰ ਨਕਾਰ ਦਿੱਤਾ ਗਿਆ ਤੇ ਲਿਖਣ ਵਾਲੇ ਨੂੰ ਵੀ ਪਤਾ ਸੀ ਕਿ ਉਸ ਦਾ ਕੋਈ ਅਨੁਭਵ ਨਹੀਂ ਹੈ। ਹੁਣ ਉਸ ਚਾਵਲ ਪੀਸਣ ਵਾਲੇ ਵਿਅਕਤੀ ਨੂੰ ਗੁਰੂ ਦੇ ਇਸ ਐਲਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ। 2 ਭਿਕਸ਼ੂ ਉਸ ਦੇ ਕੋਲੋਂ ਦੇ ਗੁਜ਼ਰੇ ਜੋ ਗੁਰੂ ਵੱਲੋਂ ਕੀਤੇ ਹੋਏ ਐਲਾਨ ਨੂੰ ਤੇ ਦੀਵਾਰ ਤੇ ਲਿਖੀਆਂ ਪੰਕਤੀਆਂ ਨੂੰ ਦੁਹਰਾ ਰਹੇ ਸੀ। ਉਹਨਾਂ ਦੀ ਗੱਲ ਸੁਣ ਕੇ ਉਹ ਚਾਵਲ ਪੀਸਣ ਵਾਲਾ ਵਿਅਕਤੀ ਹੱਸ ਪਿਆ। ਉਹ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ ਹੱਸਿਆ। ਨਾ ਹੀ ਉਸ ਦੇ ਬਾਰੇ ਆਸ਼ਰਮ ਵਿੱਚ ਕਿਸੇ ਨੂੰ ਬਹੁਤੀ ਖਬਰ ਸੀ, ਨਾ ਕੋਈ ਉਸ ਦਾ ਨਾਮ ਜਾਣਦਾ ਸੀ ਤੇ ਨਾ ਹੀ ਕੋਈ ਉਸ ਨਾਲ ਗੱਲ ਕਰਦਾ ਸੀ। ਉਹ ਭਿਕਸ਼ੂ ਉਸ ਨੂੰ ਪਹਿਲੀ ਵਾਰ ਹੱਸਦਾ ਹੋਇਆ ਵੇਖ ਕੇ ਕਹਿਣ ਲੱਗੇ ਕਿ ਤੁਸੀਂ ਹੱਸ ਕਿਉਂ ਰਹੇ ਹੋ? ਤਾਂ ਉਹ ਚਾਵਲ ਪੀਸਣ ਵਾਲਾ ਵਿਅਕਤੀ ਕਹਿਣ ਲੱਗਾ ਕਿ ਇਹ ਪੰਕਤੀਆਂ ਸਹੀ ਨਹੀਂ ਹਨ। ਤਾਂ ਭਿਕਸ਼ੂ ਕਹਿਣ ਲੱਗੇ ਕਿ ਤੁਸੀਂ ਇੱਦਾਂ ਕਿਵੇਂ ਕਹਿ ਸਕਦੇ ਹੋ? ਨਾ ਤੁਸੀਂ ਕੋਈ ਧਿਆਨ ਕਰਦੇ ਹੋ, ਨਾ ਕੋਈ ਸਾਧਨਾ ਕਰਦੇ ਹੋ, ਸਿਰਫ ਚਾਵਲ ਹੀ ਪੀਸਦੇ ਹੋ। ਫਿਰ ਤੁਹਾਡੇ ਅਨੁਸਾਰ ਇਹ ਪੰਕਤੀਆਂ ਕੀ ਹੋਣੀਆਂ ਚਾਹੀਦੀਆਂ ਸੀ? ਉਹ ਚਾਵਲ ਪੀਸਣ ਵਾਲੇ ਵਿਅਕਤੀ ਨੇ ਜੋ ਪੰਕਤੀਆਂ ਕਹੀਆਂ ਉਹ ਇਸ ਅਨੁਸਾਰ ਸਨ, ਮਨ ਦਾ ਦਰਪਣ ਹੈ ਹੀ ਨਹੀਂ ਤਾਂ ਧੂਲ ਜੰਮੇਗੀ ਕਿੱਥੇ। ਉਹਨਾਂ ਵਿੱਚੋਂ ਇੱਕ ਭਿਕਸ਼ੂ ਨੇ ਇਹ ਪੰਕਤੀਆਂ ਗੁਰੂ ਦੇ ਦਰਵਾਜ਼ੇ ਤੇ ਲਿਖ ਦਿੱਤੀਆਂ, ਪਰ ਥੱਲੇ ਨਾਮ ਨਹੀਂ ਲਿਖਿਆ। ਗੁਰੂ ਪੰਕਤੀਆਂ ਪੜ੍ਹ ਕੇ ਪ੍ਰਭਾਵਿਤ ਹੋ ਗਏ ਤੇ ਉਸ ਚਾਵਲ ਪੀਸਣ ਵਾਲੇ ਸ਼ਿਸ਼ ਕੋਲ ਚਲੇ ਗਏ, ਕਿਉਂਕਿ ਇੱਕ ਸੱਚਾ ਗੁਰੂ ਜਾਣਦਾ ਹੈ ਕਿ ਉਸ ਦਾ ਕਿਹੜਾ ਸ਼ਿਸ਼ ਅਨੁਭਵ ਕਰ ਚੁੱਕਾ ਹੈ। ਤੇ ਜਾ ਕੇ ਉਸ ਨੂੰ ਕਹਿਣ ਲੱਗੇ ਕਿ ਧਿਆਨ ਦੀ ਘਟਨਾ ਗਿਆਨ ਨਾਲ ਨਹੀਂ ਘਟਦੀ, ਬਲਕਿ ਪਿਆਸ ਨਾਲ ਘਟਦੀ ਹੈ ਤੇ ਇਹ ਤੇਰੀ ਸੱਤ ਨੂੰ ਜਾਣਨ ਦੀ ਗੂੜ ਪਿਆਸ ਦਾ ਨਤੀਜਾ ਹੈ। ਤੇ ਗੁਰੂ ਨੇ ਉਸ ਚਾਵਲ ਪੀਸਣ ਵਾਲੇ ਸ਼ਿਸ਼ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ। ਇਸ ਬੌਧਿਕ ਕਹਾਣੀ ਰਾਹੀਂ ਸਾਨੂੰ ਜੀਵਾਂ ਨੂੰ ਬਹੁਤ ਹੀ ਡੂੰਘੇ ਤਲ ਦੀ ਸਿੱਖਿਆ ਮਿਲ ਰਹੀ ਹੈ, ਜਿਸ ਵਿੱਚ ਸੱਤ ਨੂੰ ਜਾਣਨ ਅਤੇ ਸੱਤ ਦੇ ਬਾਰੇ ਜਾਣਨ ਵਿੱਚ ਬਹੁਤ ਵੱਡਾ ਅੰਤਰ ਦਰਸਾਇਆ ਗਿਆ ਹੈ। ਸੱਤ ਲਫ਼ਜ਼ ਨਾਲ ਪਰਮਾਤਮਾ ਨੂੰ ਸੰਬੋਧਨ ਕੀਤਾ ਜਾਂਦਾ ਹੈ। ਗੁਰੂ ਗੁਰਬਾਣੀ ਵਿੱਚ ਵੀ ਅਨੇਕਾਂ ਫੁਰਮਾਨਾਂ ਸਹਿਤ ਪਰਮਾਤਮਾ ਨੂੰ ਸੱਤ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਫੁਰਮਾਨ ਹੈ, ਮੂਲ ਸੱਤ ਸਤ ਉਤਪਤ,
ਸਤ 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 ਪ੍ਰਭ ਸੁਆਮੀ, ਆਪ ਸਤ ਕੀਆ ਸਭ ਸਤ। ਪਰਮਾਤਮਾ ਸਤ ਹੈ ਤੇ ਪਰਮਾਤਮਾ ਦੇ ਬਾਰੇ ਜਾਣ ਲੈਣ ਨਾਲ, ਯਾਨੀ ਉਸ ਬਾਰੇ ਪੜ੍ਹ ਕੇ ਸੁਣ ਕੇ ਜਾਣਕਾਰੀ ਇਕੱਠੀ ਕਰ ਲੈਣ ਨਾਲ, ਗਿਆਨ ਹਾਸਲ ਕਰ ਲੈਣ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਜਾਣ ਸਕਦੇ, ਸੱਤ ਤੱਕ, ਅਸਲ ਸਿਰੇ ਤੱਕ ਨਹੀਂ ਪਹੁੰਚ ਸਕਦੇ। ਸੱਤ ਨੂੰ ਜਾਣਨ ਲਈ ਸਾਨੂੰ ਨਿਜ ਤਲ ਤੇ ਅਨੁਭਵ ਨੂੰ ਪ੍ਰਾਪਤ ਹੋਣਾ ਪਏਗਾ। ਇਸ ਅਨੁਭਵ ਦੇ ਅਹਿਸਾਸ ਤੱਕ ਪਹੁੰਚਣ ਲਈ ਸਾਡੇ ਪ੍ਰਾਣਾਂ ਵਿੱਚ ਸੱਤ ਨੂੰ ਜਾਣਨ ਲਈ ਡੂੰਘੀ ਗਹਿਰੀ ਪਿਆਸ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮਨ ਦਾ ਸੁਭਾਅ ਜਾਣਕਾਰੀ ਇਕੱਠੀ ਕਰਨਾ ਹੈ ਤੇ ਇਹ ਜਾਣਕਾਰੀ ਹਾਸਲ ਕਰਕੇ ਸਾਨੂੰ ਇਸ ਭੁਲੇਖੇ ਵਿੱਚ ਰੱਖਦਾ ਹੈ ਕਿ ਪਰਮਾਤਮਾ ਨੂੰ ਜਾਣ ਲਿਆ ਹੈ। ਦੂਸਰਾ ਪੱਖ ਜੋ ਇਸ ਕਹਾਣੀ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈ ਉਹ ਇਹ ਹੈ ਕਿ ਜੋ ਸੱਤ ਨੂੰ ਜਾਣ ਲੈਂਦਾ ਹੈ ਉਸ ਦਾ ਅਨੁਭਵ ਉਸ ਦੇ ਲਫ਼ਜ਼ ਹੀ ਬਿਆਨ ਕਰ ਦਿੰਦੇ ਨੇ, ਜਿਵੇਂ ਕਹਾਣੀ ਵਿਚਲੇ ਦੋਨਾਂ ਭਿਕਸ਼ੂਆਂ ਵੱਲੋਂ ਲਿਖੀਆਂ ਪੰਕਤੀਆਂ ਉਹਨਾਂ ਦੀ ਅਵਸਥਾ ਨੂੰ ਬਿਆਨ ਕਰ ਗਈਆਂ। ਜੋ ਅਨੁਭਵ ਨੂੰ ਪ੍ਰਾਪਤ ਨਹੀਂ ਸੀ ਹੋਇਆ ਉਹ ਮਨ ਨੂੰ ਐਕਸਪਲੇਨ ਕਰ ਰਿਹਾ ਸੀ, ਤੇ ਦੂਸਰਾ ਜੋ ਬੁੱਝ ਚੁੱਕਾ ਸੀ ਉਹ ਤੱਤਾਂ ਦੇ ਮਨ ਤੋਂ ਛੁੱਟ ਗਿਆ ਸੀ, ਜਿਸ ਨੇ ਮਨ ਦੇ ਦਰਪਣ ਨੂੰ ਹੀ ਨਕਾਰ ਦਿੱਤਾ। ਪਰਮਾਤਮਾ ਨੂੰ ਜੋ ਜਾਣਨਾ ਚਾਹੁੰਦਾ ਹੈ ਉਸ ਨੂੰ ਜੀਵਨ ਰੂਪਾਂਤਰਨ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ। ਅਤੇ ਨਾਲ ਹੀ ਜੋ ਅੱਤ ਸਿੱਖਿਆਦਾਇਕ ਗੱਲ ਇਸ ਕਹਾਣੀ ਵਿੱਚ ਦਰਸਾਈ ਗਈ ਹੈ ਕਿ ਜ਼ਰੂਰੀ ਨਹੀਂ ਕਿ ਚੌਂਕੜਾ ਮਾਰ ਕੇ ਬੈਠਣ ਨਾਲ ਹੀ ਪਰਮਾਤਮਾ ਮਿਲਦਾ ਹੈ। ਅਸੀਂ ਜਿਸ ਵੀ ਕਰਮ ਵਿੱਚ ਹੁੰਦੇ ਹਾਂ, ਸਿਰਫ ਉਸ ਦੇ ਸਿਵਾਏ ਕੋਈ ਦੂਸਰਾ ਵਿਚਾਰ ਸਾਡੇ ਅੰਦਰ ਨਾ ਚੱਲੇ ਤੇ ਇਹ ਵੀ ਧਿਆਨ ਦੀ ਹੀ ਜੁਗਤ ਹੈ। ਸੋ ਅਸੀਂ ਵੀ ਪਰਮਾਤਮਾ ਬਾਰੇ ਜਾਣ, ਪੜ੍ਹ, ਸੁਣ ਕੇ ਜਾਣਕਾਰੀ ਹਾਸਲ ਕਰਕੇ ਗਿਆਨੀ ਬਣ ਕੇ ਹੀ ਨਾ ਰਹਿ ਜਾਈਏ। ਇਸ ਕਹਾਣੀ ਤੋਂ ਸਿੱਖਿਆ ਲੈਂਦੇ ਹੋਏ ਅਸੀਂ ਵੀ ਉਸ ਅਸਲ ਸਿਰੇ ਤੱਕ ਪਹੁੰਚੀਏ, ਆਪਣੇ ਮੂਲ 'ਚ ਅਭੇਦ ਹੋਣ ਲਈ ਆਪਣੇ ਪ੍ਰਾਣਾਂ ਤੋਂ ਪਿਆਸ ਜਗਾਈਏ। ਹਿਰਦੇ ਤੋਂ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਅੱਗੇ ਬੇਨਤੀ ਕਰੀਏ ਕਿ ਸਾਨੂੰ ਉਦਮ, ਬਲ ਤੇ ਸੁਮਤ ਬਖਸ਼ਿਸ਼ ਕਰਨ, ਤਾਂ ਜੋ ਪਲ ਪਲ ਅਸੀਂ ਵੀ ਧਿਆਨ ਵਿੱਚ ਰਹੀਏ, ਵਾਧੂ ਸੋਚਾਂ ਵਿਚਾਰਾਂ ਨੂੰ ਛੱਡਦੇ ਹੋਏ ਇੱਕ ਵਿਚਾਰ ਅਧੀਨ ਰਹਿ ਕੇ ਅਸਲ ਸੱਤ ਨੂੰ ਨਿਜ ਤਲ ਤੋਂ ਜਾਣੀਏ। ਸਤਿ ਸ੍ਰੀ ਅਕਾਲ।